ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਅੱਜ ਦੀ ਲੜੀ ਵਿੱਚ ਅਸੀਂ 11ਵੀਂ ਕਲਾਸ ਦੀ ਕਵਿਤਾ ਹੈ ਤਿੜਕਿਆ ਹੋਇਆ ਸ਼ੀਸ਼ਾ, ਜੋ ਕਿ ਲਿਖੀ ਹੋਈ ਹੈ ਮੋਹਨ ਭੰਡਾਰੀ ਜੀ ਦੀ, ਉਸ ਦਾ ਅਸੀਂ ਅਧਿਐਨ ਕਰਾਂਗੇ। ਤਿੜਕਿਆ ਹੋਇਆ ਸ਼ੀਸ਼ਾ। ਤਿੜਕਿਆ ਹੋਇਆ ਸ਼ੀਸ਼ਾ ਮਤਲਬ ਹੁੰਦਾ ਜਿਸ ਸ਼ੀਸ਼ੇ ਵਿੱਚ ਕੋਈ ਤਰੇੜ ਆ ਜਾਂਦੀ ਹੈ, ਜਿਹੜਾ ਪੂਰਾ ਨਹੀਂ ਟੁੱਟਦਾ, ਥੋੜਾ ਟੁੱਟਿਆ ਹੁੰਦਾ ਹੈ, ਉਹ ਹੈ ਜਿਸ ਵਿੱਚ ਅਗਰ ਅਸੀਂ ਆਪਣਾ ਚਿਹਰਾ ਜਾਂ ਆਪਣਾ ਅਕਸ ਵੇਖਦੇ ਤਾਂ ਸਾਨੂੰ ਉਹ ਦੋ ਦਿਖਦੇ ਹਨ। ਅਕਸਰ ਦੇਖੋ, ਜਿਹੜਾ ਸ਼ੀਸ਼ਾ ਟੁੱਟਿਆ ਹੋਏਗਾ, ਤਰੇੜ ਆਈ ਹੋਏਗੀ, ਅਸੀਂ ਜੇ ਆਪਣਾ ਚਿਹਰਾ ਦੇਖਾਂਗੇ ਤੇ ਦੋ ਹਿੱਸੇ ਦਿਖਦੇ ਹਨ। ਸੋ ਇਹੀ ਇਸ ਕਹਾਣੀ ਦਾ ਜਿਹੜਾ ਕਿ ਮੁੱਖ ਵਿਸ਼ਾ ਹੈ ਕਿ ਇਨਸਾਨ ਦੋਹਰਾ ਜੀਵਨ ਕਿਸ ਤਰ੍ਹਾਂ ਜਿਉਂਦਾ ਹੈ। ਅਸੀਂ ਸਾਰੇ ਹੀ ਕਿਤੇ ਨਾ ਕਿਤੇ ਆਪਣਾ ਦੋਹਰਾ ਜੀਵਨ ਜ਼ਰੂਰ ਜਿਉਂਦੇ ਹਾਂ। ਅਸੀਂ ਘਰ ਵਿੱਚ ਜਾਂ ਜਦੋਂ ਅਸੀਂ ਇਕੱਲੇ ਖੁਦ ਹੁੰਦੇ ਹਾਂ, ਉਦੋਂ ਅਸੀਂ ਬਿਲਕੁਲ ਜੋ ਅਸੀਂ ਓਰੀਜਨਲ ਹੁੰਦੇ ਨਾ, ਜੋ ਅਸੀਂ ਬਿਲਕੁਲ ਮੌਲਿਕ ਅਸੀਂ ਉਹ ਹੁੰਦੇ ਹਾਂ। ਔਰ ਜਦੋਂ ਅਸੀਂ ਲੋਕਾਂ ਵਿੱਚ ਜਾਂਦੇ ਹਾਂ ਤਾਂ ਸਾਡਾ ਜਿਹੜਾ ਕਿ ਹਰ ਤਰੀਕੇ ਦਾ ਉੱਠਣ ਬੈਠਣ ਦਾ ਸਟਾਈਲ, ਬੋਲਣ ਦਾ ਤਰੀਕਾ, ਹਰ ਜਿਹੜਾ ਤਰੀਕਾ ਉਹ ਅਲੱਗ ਹੋ ਜਾਂਦਾ ਹੈ। ਤੁਸੀਂ ਈਵਨ ਆਪਣੇ ਰਿਸ਼ਤੇਦਾਰਾਂ ਵਿੱਚ ਵੀ ਜਾਓ ਨਾ, ਆਪਣੇ ਮਦਰ ਦੇ ਕੋਲ ਬੈਠੇ ਮਾਤਾ ਪਿਤਾ ਦੇ ਨਾਲ ਹੋ, ਆਪਣੇ ਭੈਣ ਭਰਾਵਾਂ ਨਾਲ, ਆਪਣੇ ਦੋਸਤਾਂ ਨਾਲ ਹੋ, ਆਪਣੇ ਨਾਨਕਿਆਂ ਦਾਦਕਿਆਂ, ਉਹਦੇ ਵਿੱਚ ਵੀ ਤੁਹਾਡਾ ਜਿਹੜਾ ਕਿ ਫਰਕ ਜਿਹੜਾ ਦਿਖਦਾ ਜਾਏਗਾ ਕਿ ਤੁਸੀਂ ਕਿਸ ਤਰ੍ਹਾਂ ਗੱਲ ਕਰ ਰਹੇ ਹੋ। ਜਿਹਦੇ ਤੁਸੀਂ ਜ਼ਿਆਦਾ ਨਜ਼ਦੀਕ ਆਪਣੇ ਆਪ ਨੂੰ ਸਮਝਦੇ ਹੋ ਨਾ, ਤੁਸੀਂ ਖੁੱਲ੍ਹ ਕੇ ਗੱਲ ਕਰੋਗੇ, ਤੁਹਾਡਾ ਆਪਣਾ ਆਪ ਖੁਦ ਖੁੱਲ੍ਹ ਕੇ ਝਲਕੇਗਾ। ਸੋ ਇਹ ਕਹਾਣੀ ਇਸੇ ਤਰ੍ਹਾਂ ਦੀ ਕੁਝ ਵਿਸ਼ੇ ਤੇ ਲਈ ਗਈ ਹੈ। ਇੱਕ ਵਿਅਕਤੀ ਹੈ ਜਿਸ ਦਾ ਕਿ ਨਾਮ ਹੈ ਸ਼ਿਵ ਚਰਨ ਦਾਸ, ਜਿਹੜਾ ਕਿ ਇਸ ਦਾ ਮੁੱਖ ਪਾਤਰ ਹੈ। ਕੁਐਸਚਨ ਵੀ ਇਹ ਆ ਸਕਦਾ ਹੈ ਕਿ ਤਿੜਕੇ ਹੋਏ ਸ਼ੀਸ਼ੇ ਦੀ ਕਹਾਣੀ ਦਾ ਮੁੱਖ ਪਾਤਰ ਕੌਣ ਹੈ? ਸ਼ਿਵ ਚਰਨ ਦਾਸ, ਜੋ ਕਿ ਇੱਕ ਸਰਕਾਰੀ ਦਫ਼ਤਰ ਵਿੱਚ ਸੁਪਰਿੰਟੈਂਡੈਂਟ ਦੀ ਨੌਕਰੀ ਤੇ ਹੈ। ਸ਼ਿਵ ਚਰਨ ਦਾਸ ਦੀ ਜਿਹੜਾ ਸੁਭਾਅ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਉਹ ਕਿਸੇ ਵੀ ਭੀੜ ਵਾਲੀ ਜਗ੍ਹਾ ਵਿੱਚ, ਜਲਸਿਆਂ ਜਲੂਸਾਂ ਵਿੱਚ ਜਿਹੜਾ ਕਿ ਜਾਣ ਤੋਂ ਘਬਰਾਉਂਦਾ ਹੈ। ਉਹ ਕਿਸੇ ਵੀ ਆਪਣੇ ਜਿਹੜਾ ਉਸਦਾ ਅਧਿਕਾਰੀ ਹੈ, ਉੱਚ ਅਧਿਕਾਰੀ ਹੈ, ਉਹਦੇ ਖਿਲਾਫ ਧਰਨੇ ਤੇ ਬੈਠਣ ਤੋਂ ਘਬਰਾਉਂਦਾ ਹੈ। ਉਹ ਇੱਕ ਤਰ੍ਹਾਂ ਦਾ ਚਾਪਲੂਸੀ ਕਰਨ ਵਾਲਾ ਵਿਅਕਤੀ ਹੈ ਕਿ ਉਹ ਚਾਪਲੂਸੀ ਕਰਕੇ ਆਪਣਾ ਕੰਮ ਉਹਦਾ ਨਿਕਲ ਜਾਏ। ਹਾਲਾਂਕਿ ਉਹਦਾ ਨਿਕਲਦਾ ਨਹੀਂ ਹੈ, ਪਰ ਉਹ ਕੁਝ ਇਸ ਤਰ੍ਹਾਂ ਦਾ ਹੈ ਕਿ ਉਸਦੇ ਦਫ਼ਤਰ ਵਿੱਚ ਜਿਹੜੇ ਹੋਰ ਵੀ ਲੋਕ ਹਨ, ਆਪਣੇ ਅਧਿਕਾਰੀ ਦੇ ਖਿਲਾਫ ਆਪਣੇ ਹੱਕਾਂ ਵਾਸਤੇ ਬੈਠਦੇ ਹਨ, ਧਰਨੇ ਤੇ ਬੈਠਦੇ ਹਨ, ਪਰ ਉਹ ਉਹਨਾਂ ਦਾ ਜਿਹੜਾ ਕਿ ਸਾਥ ਨਹੀਂ ਦਿੰਦਾ ਹੈ। ਸੋ ਇਸ ਤਰ੍ਹਾਂ ਦੀ ਇਹ ਵਿਅਕਤੀ ਹੈ ਸ਼ਿਵ ਚਰਨ ਦਾਸ। ਉਹ ਕਿਸੇ ਵੀ ਇਕੱਠ ਤੋਂ ਜਾਣ ਤੋਂ ਘਬਰਾਉਂਦਾ। ਔਰ ਇਹੀ ਪਹਿਲਾ ਕੁਐਸਚਨ ਅਕਸਰ ਆ ਜਾਂਦਾ ਹੁੰਦਾ ਹੈ ਕਿ ਸ਼ਿਵ ਚਰਨ ਦਾਸ ਜਿਹੜਾ ਹੈ ਕਿਸੇ ਵੀ ਇਕੱਠ ਵਿੱਚ ਜਾਣ ਤੋਂ ਕਿਉਂ ਘਬਰਾਉਂਦਾ ਹੈ। ਕਿ ਉਸ ਦਾ ਕਾਰਨ ਇਹੀ ਸੀ ਕਿ ਉਹ ਚਾਪਲੂਸੀ ਕਰਨਾ ਚਾਹੁੰਦਾ ਸੀ। ਉਸਨੂੰ ਲੱਗਦਾ ਸੀ ਕਿ ਮੈਂ ਸਿੱਧੇ ਤੌਰ ਤੇ ਉਹ ਅੰਦਰ ਭਾਵੇਂ ਆਪਣੇ ਅਧਿਕਾਰੀ ਦੇ ਖਿਲਾਫ ਹੀ ਹੁੰਦਾ ਸੀ, ਅਧਿਕਾਰੀ ਵਾਸਤੇ ਆਪਣੇ ਮਨ 'ਚ ਭਾਵੇਂ ਬੁਰਾ ਭਲਾ ਹੀ ਬੋਲਦਾ ਸੀ, ਲੇਕਿਨ ਸਾਹਮਣੇ ਤੋਂ ਬਿਲਕੁਲ ਫਰੰਟ ਤੇ ਜਾ ਕੇ ਉਹ ਆਪਣੇ ਅਧਿਕਾਰੀ ਦੇ ਖਿਲਾਫ ਇੱਕ ਸ਼ਬਦ ਵੀ ਜਿਹੜਾ ਬੋਲਣਾ ਪਸੰਦ ਨਹੀਂ ਕਰਦਾ ਸੀ, ਤਾਂ ਕਿ ਉਸਦੀ ਜਿਹੜੀ ਆਪਣੀ ਇਮੇਜ ਹੈ ਉਹ ਜਿਹੜੀ ਅੱਛੀ ਬਣੀ ਰਹੇ ਕਿ ਸ਼ਿਵ ਚਰਨ ਦਾਸ ਜਿਹੜਾ ਕਿ ਦਫ਼ਤਰ ਦੇ ਕਾਨੂੰਨਾਂ ਦੇ ਅਨੁਸਾਰ ਚੱਲਦਾ, ਉਸ ਦੇ ਖਿਲਾਫ ਜਿਹੜਾ ਕਿ ਨਹੀਂ ਚੱਲਦਾ। ਔਰ ਜਦੋਂ ਵੀ ਉਸਦਾ ਜਿਹੜਾ ਅਫਸਰ ਉਸਨੂੰ ਬੁਲਾਉਂਦਾ ਤਾਂ ਉਸਨੂੰ ਲੱਗਦਾ ਕਿ ਉਹ ਮੇਰੀ ਬਹੁਤ ਇੱਜ਼ਤ ਕਰਨ ਲਈ ਮੈਨੂੰ ਬੁਲਾ ਰਿਹਾ ਹੈ ਅੰਦਰ, ਕਿਉਂਕਿ ਮੈਂ ਧਰਨੇ ਦੇ ਖਿਲਾਫ ਨਹੀਂ, ਧਰਨਿਆਂ 'ਚ ਨਹੀਂ ਬਹਿੰਦਾ। ਪਰ ਹਾਲਾਂਕਿ ਜਦੋਂ ਆਪਣੇ ਅਧਿਕਾਰੀ ਦੇ ਦਫ਼ਤਰ ਦੇ ਅੰਦਰ ਵੀ ਜਾਂਦਾ ਤਾਂ ਅਧਿਕਾਰੀ ਉਸਦੇ ਵੀ ਕੰਮਾਂ 'ਚ ਨੁਕਸ ਕੱਢ ਕੇ ਉਸਦੀ ਵੀ ਬੇਇੱਜ਼ਤੀ ਕਰ ਦਿੰਦੇ ਸੀ। ਪਰ ਉਹ ਜਦੋਂ ਦਫ਼ਤਰ ਤੋਂ ਬਾਹਰ ਆਉਂਦਾ, ਕਮਰੇ ਤੋਂ ਬਾਹਰ ਆਉਂਦਾ, ਤਾਂ ਆਪਣੇ ਜਿਹੜੇ ਸਹਿ ਕਰਮਚਾਰੀ ਉਹਨਾਂ ਨੂੰ ਇਹੀ ਕਹਿੰਦਾ ਕਿ ਮੇਰੀ ਤਾਂ ਬੜੀ ਇੱਜ਼ਤ ਕੀਤੀ ਹੈ, ਮੈਨੂੰ ਤਾਂ ਉਹ ਬਹੁਤ ਜ਼ਿਆਦਾ ਇੱਜ਼ਤ ਦਿੰਦੇ ਨੇ, ਅੰਦਰ ਬਿਠਾ ਕੇ ਮੈਨੂੰ ਚਾਹ ਕੌਫੀ ਪਿਆਉਂਦੇ ਨੇ, ਕਿਉਂਕਿ ਮੈਂ ਧਰਨਿਆਂ ਤੇ ਨਹੀਂ ਬੈਠਦਾ। ਜਦਕਿ ਇੰਜ ਦਾ ਉਸਦੇ ਨਾਲ ਜਿਹੜਾ ਕਿ ਕੁਝ ਵੀ ਨਹੀਂ ਹੁੰਦਾ। ਇੱਕ ਹੋਰ ਜਿਹੜਾ ਕਿ ਕੁਐਸਚਨ ਆ ਜਾਂਦਾ ਹੁੰਦਾ ਹੈ ਕਿ ਕਿਹੜੀਆਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਸ਼ਿਵ ਚਰਨ ਦਾਸ ਹੈ ਦੋਹਰਾ ਜੀਵਨ ਜੀ ਰਿਹਾ ਹੈ। ਕਹਿੰਦੇ ਅੱਗੇ ਲਿਖਿਆ ਆ ਰਿਹਾ ਚੈਪਟਰ ਵਿੱਚ ਕਿ ਜਿਹੜਾ ਵਿਦਿਆਰਥੀ ਜੀਵਨ ਵਿੱਚ ਜਦੋਂ ਸ਼ਿਵ ਚਰਨ ਦਾਸ ਸੀ ਵਿਦਿਆਰਥੀ ਸੀ, ਐਜ਼ ਅ ਸਟੂਡੈਂਟ ਸੀ, ਉਸਦੀ ਸਿਹਤ ਬਹੁਤ ਚੰਗੀ ਸੀ। ਪਰ ਹੁਣ ਉਸ ਦੀ ਉਮਰ ਕਰਕੇ ਉਸਦਾ ਬੁਢਾਪਾ, ਜਿਹੜਾ ਕਿ ਉਮਰ ਵੱਧ ਗਈ, ਉਸ ਜਿਹੜੇ ਕਿ ਸਿਰ ਤੇ ਗੰਜ ਪੈ ਚੁੱਕੀ, ਉਸਨੂੰ ਹੋਰ ਵੀ ਕਈ ਬਿਮਾਰੀਆਂ ਨੇ ਜਿਹੜਾ ਕਿ ਉਸ ਉੱਤੇ ਘੇਰਾ ਪਾ ਲਿਆ ਹੈ। ਔਰ ਉਹ ਜਿਹੜਾ ਕਿ ਸੁਪਰਿੰਟੈਂਡੈਂਟ ਹੋਣ ਕਰਕੇ ਉਸਨੂੰ ਰੋਜ਼ ਕੋਟ ਪਾ ਕੇ ਜਾਣਾ ਪੈਂਦਾ ਸੀ, ਕਾਲੇ ਰੰਗ ਦਾ ਕੋਟ ਪਾ ਕੇ ਜਾਂਦਾ ਸੀ। ਤਾਂ ਉਸਦੇ ਘਰ ਦਾ ਕਹਿੰਦੇ ਕਿ ਸ਼ੀਸ਼ਾ ਟੁੱਟਾ ਹੋਇਆ ਸੀ, ਤੇ ਜਦੋਂ ਵੀ ਸ਼ੀਸ਼ੇ ਵਿੱਚ ਆਪਣਾ ਅਕਸ਼ ਵੇਖਦਾ ਤਿਆਰ ਹੋਣ ਵਾਸਤੇ ਤਾਂ ਉਸਨੂੰ ਦੋ ਚਿਹਰੇ ਦਿਖਦੇ, ਤਾਂ ਘਬਰਾ ਕੇ ਪਰਾਂ ਹੋ ਜਾਂਦਾ ਕਿ ਉਸਨੂੰ ਵੀ ਲੱਗਦਾ ਕਿ ਉਹ ਸੱਚਮੁੱਚ ਹੀ ਦੋਹਰਾ ਜੀਵਨ ਜੀ ਰਿਹਾ। ਕਿਸ ਤਰ੍ਹਾਂ ਜੀ ਰਿਹਾ ਹੈ, ਹੁਣ ਅਸੀਂ ਇਹ ਪੜਾਂਗੇ ਕਿ ਦੋਹਰਾ ਜੀਵਨ ਕਿਸ ਤਰ੍ਹਾਂ ਜੀ ਰਿਹਾ। ਕਿ ਜਿਸ ਤਰ੍ਹਾਂ ਸੁਪਰਿੰਟੈਂਡੈਂਟ ਸੀ, ਉਸਨੂੰ ਪੱਕਾ ਇੱਕ ਤਰ੍ਹਾਂ ਦੀ ਉਸਦੀ ਵਰਦੀ ਸੀ, ਯੂਨੀਫਾਰਮ ਸੀ ਕਿ ਉਸਨੂੰ ਰੋਜ਼ ਕਾਲਾ ਕੋਟ ਪਾ ਕੇ ਜਾਣਾ ਪੈਂਦਾ ਸੀ। ਉਹ ਦਫ਼ਤਰ ਵਿੱਚ ਤੇ ਜਿਹੜਾ ਕਿ ਬੋਲਦਾ ਸੀ ਕਿ ਮੈਂ ਆਪਣਾ ਕੋਟ, ਜਿਹੜਾ ਕਿ ਮੇਰੇ ਕੋਲ ਕਿੰਨੇ ਸਾਰੇ ਕੋਟ ਹੈਗੇ ਨੇ, ਔਰ ਮੇਰੀ ਜਿਹੜੀ ਕਿ ਪਤਨੀ ਆ ਉਹ ਕੋਟ ਡਰਾਈ ਕਲੀਨ ਕਰਨਾ ਦੇ ਆਉਂਦੀ ਹੈ। ਡਰਾਈ ਕਲੀਨ ਤੁਹਾਨੂੰ ਸਭ ਨੂੰ ਪਤਾ ਹੈਗਾ ਡਰਾਈ ਕਲੀਨ ਕੀ ਹੁੰਦੇ ਕੱਪੜੇ, ਉਹ ਡਰਾਈ ਕਲੀਨ ਕਰਨਾ ਦੇ ਆਉਂਦੀ ਹੈ। ਜਦ ਕਿ ਹਕੀਕਤ ਇਹ ਸੀ ਕਿ ਉਸਦੀ ਘਰ ਦੀ ਮਾਲੀ ਹਾਲਤ ਇੰਨੀ ਖਰਾਬ ਸੀ ਕਿ ਉਸ ਕੋਲ ਇੱਕ ਹੀ ਕਾਲਾ ਕੋਟ ਸੀ, ਔਰ ਉਹ ਵੀ ਉਸਦੀ ਜਿਹੜੀ ਪਤਨੀ ਸੀ, ਰੀਠੇ ਜਿਹੜੇ ਹੁੰਦੇ ਨਾ ਜਿਨ੍ਹਾਂ ਨਾਲ ਜਿੱਤੋਂ ਸਾਬਣ ਜਿਹੜਾ ਬਣਦਾ ਹੈ, ਉਹ ਰੀਠਿਆਂ ਨੂੰ ਉਬਾਲ ਕੇ, ਗਰਮ ਪਾਣੀ 'ਚ ਉਬਾਲ ਕੇ ਉਸ ਵਿੱਚ ਉਸਦਾ ਕਾਲਾ ਕੋਟ ਜਿਹੜਾ ਕਿ ਧੋ ਕੇ ਦੇ ਦਿੰਦੀ ਸੀ। ਪਹਿਲਾ ਪੁਆਇੰਟ ਕਿ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਦੋਹਰਾ ਜੀਵਨ ਜੀ ਰਿਹਾ। ਪਹਿਲਾ ਪੁਆਇੰਟ ਹੈ ਕਿ ਉਹ ਕਹਿੰਦਾ ਸੀ ਕਿ ਮੇਰੀ ਪਤਨੀ ਜਿਹੜੀ ਕਿ ਮੇਰਾ ਕੋਟ ਡਰਾਈ ਕਲੀਨ ਕਰਨਾ ਦਿੰਦੀ ਹੈ, ਝੂਠ ਸੀ, ਘਰ ਵਿੱਚ ਹੀ ਧੁੱਪਦਾ ਸੀ। ਦੂਸਰਾ ਕਿ ਉਸਕੋ ਬਹੁਤ ਸਾਰੇ ਕੋਟ ਹਨ, ਗਲਤ, ਉਸਕੋ ਇੱਕ ਹੀ ਕੋਟ ਸੀ।
ਹੋਰ ਕਿਹੜੀ ਚੀਜ਼ ਇਸ ਤੋਂ ਪਤਾ ਚੱਲਦਾ ਉਸ ਦਾ ਦੋਹਰਾ ਜੀਵਨ ਜੀ ਰਿਹਾ ਸੀ। ਉਹ ਆਪਣੇ ਦਫ਼ਤਰ ਵਿੱਚ ਤਾਂ ਕਹਿੰਦਾ ਸੀ ਕਿ ਉਹ ਜਿਹੜਾ ਕਿ ਵੱਡੀਆਂ ਵੱਡੀਆਂ ਦੁਕਾਨਾਂ ਤੋਂ ਜਾ ਕੇ ਜਿਹੜੀ ਕਿ ਤਾਜ਼ੀ ਸਬਜ਼ੀ ਜਿਹੜੀ ਕਿ ਖਰੀਦ ਕੇ ਲਿਆਉਂਦਾ ਹੈ ਰੋਜ਼, ਜਦ ਕਿ ਹਕੀਕਤ ਇਹ ਹੈ ਕਿ ਉਹ ਸਬਜ਼ੀ ਮੰਡੀ ਵਿੱਚੋਂ ਰਾਤੀ ਲੇਟ ਜਾਂਦਾ ਹੈ ਸਬਜ਼ੀ ਖਰੀਦਣ ਵਾਸਤੇ, ਜਿਹੜੀ ਕਿ ਬਚੀ ਰਹਿ ਜਾਂਦੀ ਗਲੀ ਸੜੀ ਸਬਜ਼ੀ ਖਰਾਬ ਹੋ ਜਾਂਦੀ, ਜਿਹੜੀ ਫ੍ਰੀ ਵਿੱਚ ਜਾਂ ਕਹਿ ਲਓ ਕਿ ਫ੍ਰੀ ਦੇ ਭਾਅ ਵੀ ਬਿਲਕੁਲ ਸਸਤੇ ਦਾਮ ਤੇ ਸਸਤੇ ਰੇਟ ਤੇ ਜਿਹੜੀ ਮਿਲਦੀ ਉਹ ਸਬਜ਼ੀ ਖਰੀਦ ਕੇ ਲਿਆਉਂਦਾ, ਲੇਕਿਨ ਉਹ ਜਾ ਕੇ ਕਹਿੰਦਾ ਕਿ ਵੱਡੀ ਮਹਿੰਗੀ ਦੁਕਾਨਾਂ ਤੋਂ ਸਬਜ਼ੀ ਖਰੀਦਦਾ ਹੈ। ਦੂਸਰਾ ਪੁਆਇੰਟ। ਤੀਸਰਾ ਪੁਆਇੰਟ ਜਿੱਥੋਂ ਪਤਾ ਲੱਗਦਾ ਕਿ ਉਹ ਦੋਹਰਾ ਜੀਵਨ ਜੀ ਰਿਹਾ ਹੈ ਕਿ ਉਹ ਅਕਸਰ ਜਦੋਂ ਵੀ ਕੋਈ ਨਵੀਂ ਫਿਲਮ ਆਉਂਦੀ, ਨਵੀਂ ਫਿਲਮ ਰਿਲੀਜ਼ ਹੁੰਦੀ ਤਾਂ ਉਹ ਲੋਕਾਂ ਨੂੰ ਤੇ ਆਪਣੇ ਸਹਿ ਕਰਮਚਾਰੀਆਂ ਨੂੰ ਤਾਂ ਇਹੀ ਕਹਿੰਦਾ ਕਿ ਮੈਂ ਪਹਿਲੇ ਦਿਨ ਜਾ ਕੇ ਫਿਲਮ ਦਾ ਪਹਿਲਾ ਹੀ ਸ਼ੋਅ ਵੇਖ ਕੇ ਆਇਆ ਹਾਂ, ਜਦ ਕਿ ਹਕੀਕਤ ਨਹੀਂ ਸੀ। ਉਹ ਕੀ ਕਰਦਾ ਸੀ ਕਿ ਜਿੱਥੇ ਫਿਲਮ ਲੱਗੀ ਹੁੰਦੀ ਸੀ ਉੱਥੇ ਚਲਾ ਜਾਂਦਾ ਸੀ ਔਰ ਫਿਲਮ ਦੇ ਪੋਸਟਰਾਂ ਤੋਂ ਥੋੜਾ ਆਈਡੀਆ ਲਾ ਲੈਂਦਾ ਸੀ ਕਿ ਫਿਲਮ ਦਾ ਹੀਰੋ ਕੌਣ ਹੈ, ਹੀਰੋਇਨ ਕੌਣ ਹੈ, ਔਰ ਜਿਹੜੇ ਲੋਕ ਵੇਖ ਕੇ ਬਾਹਰ ਆਉਂਦੇ ਸੀ ਫਿਲਮ, ਉਹਨਾਂ ਤੋਂ ਥੋੜਿਆਂ ਤੋਂ ਕਹਾਣੀ, ਕਦੇ ਕਿਸੇ ਕੋ ਕੁਝ ਕਹਾਣੀ ਸਮਝ ਲੈਂਦਾ ਸੀ, ਜਿਸ ਤੋਂ ਉਸਨੂੰ ਪੂਰਾ ਕਹਾਣੀ ਦੀ ਸਮਝ ਆ ਜਾਂਦੀ ਸੀ, ਫਿਲਮ ਦੀ ਸਮਝ ਆ ਜਾਂਦੀ ਸੀ। ਤਾਂ ਜਾ ਕੇ ਆਪਣੇ ਸਾਰੇ ਦਫ਼ਤਰ ਵਿੱਚ ਦੱਸਦਾ ਸੀ ਕਿ ਪਹਿਲੇ ਦਿਨ ਫਸਟ ਸ਼ੋਅ ਦੇਖ ਕੇ ਆਇਆ, ਜਦ ਕਿ ਹਕੀਕਤ ਇੰਜ ਨਹੀਂ ਸੀ। ਤੀਸਰਾ ਪੁਆਇੰਟ। ਚੌਥਾ ਪੁਆਇੰਟ ਜਿੱਥੋਂ ਪਤਾ ਲੱਗਦਾ ਕਿ ਉਹ ਦੋਹਰਾ ਜੀਵਨ ਜੀ ਰਿਹਾ ਸੀ ਕਿ ਉਹ ਘਰ ਵਿੱਚ ਲੋਕਾਂ ਨੂੰ ਤੇ ਕਹਿੰਦਾ ਸੀ ਕਿ ਅਸੀਂ ਘਰ ਜਿਹੜੇ ਮਹਿੰਗੇ ਚੀਨੀ ਦੇ ਕੱਪਾਂ ਵਿੱਚ ਜਿਹੜੀ ਕਿ ਚਾਹ ਪੀਂਦੇ ਹਾਂ, ਪਰ ਹਕੀਕਤ ਇਹ ਕਿ ਉਸਦੇ ਘਰ ਜਿਹੜੇ ਚਾਹ ਪੀਣ ਵਾਲੇ ਕੱਪ ਸੀ ਉਹਨਾਂ ਦੇ ਕੁੰਡੇ ਹੈਂਡਲ ਜਿਹੜੇ ਕਿ ਉਹ ਟੁੱਟੇ ਹੋਏ ਸੀ, ਟੁੱਟੇ ਕੱਪਾਂ ਵਿੱਚ ਉਹ ਚਾਹ ਪੀਂਦਾ ਸੀ। ਚੌਥਾ ਪੁਆਇੰਟ। ਪੰਜਵਾਂ ਪੁਆਇੰਟ, ਜੇ ਅਗਰ ਵੱਡਾ ਕੁਐਸਚਨ ਆਉਂਦਾ 5 ਪੁਆਇੰਟ ਦੇ ਤਾਂ 5 ਪੁਆਇੰਟ ਲਿਖਣੇ ਹੁੰਦੇ ਨੇ। ਪੰਜਵਾਂ ਪੁਆਇੰਟ ਜਿੱਤੇ ਪਤਾ ਲੱਗਦਾ ਸੀ ਕਿ ਦੋਹਰਾ ਜੀਵਨ ਹੈ, ਉਹ ਕਹਿੰਦਾ ਸੀ ਕਿ ਉਸਦੇ ਉੱਤੇ ਉਸਦਾ ਘਰ ਆਪਣਾ ਹੈ, ਉਸ ਉੱਤੇ ਕੋਈ ਕਰਜ਼ਾ ਨਹੀਂ ਹੈ, ਉਸਨੇ ਕੋਈ ਕਰਜ਼ਾ ਨਹੀਂ ਚੁੱਕਿਆ ਹੋਇਆ ਹੈ, ਜਦ ਕਿ ਹਕੀਕਤ ਇਹ ਸੀ ਕਿ ਉਸਦੇ ਆਪਣੇ ਬੱਚਿਆਂ ਦੇ ਵਿਆਹ ਵਿੱਚ, ਕੁੜੀਆਂ ਦੇ ਵਿਆਹ ਵਿੱਚ ਉਸਨੇ ਬਹੁਤ ਸਾਰਾ ਕਰਜ਼ਾ ਲਿਆ ਹੋਇਆ ਸੀ ਤੇ ਅਜੇ ਤੱਕ ਬੈਂਕ ਦੀ ਕਿਸ਼ਤ ਵੀ ਜਿਹੜੀ ਕਿ ਉਹ ਨਹੀਂ ਚੁਕਾ ਰਿਹਾ ਸੀ, ਔਰ ਬੈਂਕ ਵਾਲਿਆਂ ਨੇ ਵੀ ਕਈ ਵਾਰੀ ਉਸਨੂੰ ਜਿਹੜਾ ਕਿ ਅਲਟੀਮੇਟਮ ਦੇ ਦਿੱਤਾ ਸੀ ਕਿ ਅਗਰ ਉਹ ਕਿਸ਼ਤ ਨਹੀਂ ਚੁਕਾਏਗਾ ਤਾਂ ਉਸਦਾ ਘਰ ਜਿਹੜਾ ਹੈ ਬੈਂਕ ਜਿਹੜਾ ਉਸਨੂੰ ਆਪਣੇ ਅੰਡਰ ਕਰ ਲਏਗਾ। ਹਕੀਕਤ ਇਹ ਸੀ। ਸੋ ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਸ਼ਿਵ ਚਰਨ ਦਾਸ ਹੈ ਉਹ ਦੋਹਰਾ ਜੀਵਨ ਜੀ ਰਿਹਾ। ਜਿਸ ਤਰ੍ਹਾਂ ਸ਼ੀਸ਼ੇ ਵਿੱਚ ਦੋ ਚਿਹਰੇ ਦੇਖਦੇ ਹਨ, ਉਸੇ ਤਰ੍ਹਾਂ ਉਹ ਵੀ ਦੋਹਰਾ ਜੀਵਨ ਜਿਹੜਾ ਕਿ ਫਿਰ ਸ਼ਿਵ ਚਰਨ ਦੇ ਦਫ਼ਤਰ ਵਿੱਚ ਕੀ ਹੁੰਦਾ ਕਿ ਜਿਹੜਾ ਉਸਦਾ ਪਹਿਲਾ ਅਧਿਕਾਰੀ ਜਾਂ ਬੌਸ ਜਾਂ ਅਫਸਰ ਹੁੰਦਾ ਹੈ, ਉਸਦੀ ਜਿਹੜੀ ਕਿ ਰਿਟਾਇਰਮੈਂਟ ਹੋ ਜਾਂਦੀ, ਉਹ ਚਲਾ ਜਾਂਦਾ ਹੈ। ਸ਼ਿਵ ਚਰਨ ਦਾਸ ਜਿਹੜਾ ਥੋੜਾ ਸੁੱਖ ਦਾ ਸਾਹ ਲੈਂਦਾ ਕਿ ਚਲੋ ਇਹ ਚਲਾ ਗਿਆ ਅਧਿਕਾਰੀ, ਹੁਣ ਸ਼ਾਇਦ ਕੋਈ ਹੋਰ ਅੱਛਾ ਆਏਗਾ। ਜਦੋਂ ਪਤਾ ਲੱਗਦਾ ਹੈ ਕਿ ਸਾਰੇ ਦਫ਼ਤਰ ਵਾਲਿਆਂ ਨੂੰ ਕਿ ਕੋਈ ਇੱਕ ਨਵਾਂ ਛੋਟੀ ਉਮਰ ਦਾ ਜਿਹੜਾ ਅਧਿਕਾਰੀ ਹੈ ਉਹ ਆ ਰਿਹਾ ਹੈ, ਤਾਂ ਸ਼ਿਵ ਚਰਨ ਦਾਸ ਝੂਠ ਹੀ ਸਾਰੇ ਆਪਣੇ ਦਫ਼ਤਰ ਵਾਲਿਆਂ ਨੂੰ ਦੱਸ ਦਿੰਦਾ ਕਿ ਮੈਂ ਉਸਨੂੰ ਚੰਗੀ ਤਰ੍ਹਾਂ ਜਾਣਦਾ, ਉਹ ਤਾਂ ਮੇਰੀ ਪਿਓਾਂ ਵਾਲੀ ਇੱਜ਼ਤ ਕਰੇਗਾ, ਮੇਰੇ ਪੈਰੀ ਹੱਥ ਲਾਉਂਦਾ, ਸਭ ਕੁਝ ਝੂਠ ਉਹਨਾਂ ਨੂੰ ਦੱਸਦਾ ਹੈ। ਪਰ ਹਕੀਕਤ ਇਹ ਹੁੰਦੀ ਕਿ ਜਦੋਂ ਉਹ ਨਵਾਂ ਅਧਿਕਾਰੀ ਜਿਹੜਾ ਕਿ ਨਵਾਂ ਵੀ ਅਫਸਰ ਹੈ ਉਸ ਦਫ਼ਤਰ ਉਹ ਆ ਜਾਂਦਾ ਹੈ, ਤਾਂ ਇੱਕ ਦਿਨ ਉਹ ਪੂਰੇ ਆਪਣੇ ਉਸ ਜਿਸ ਡਿਪਾਰਟਮੈਂਟ ਵਿੱਚ ਜਿਸ ਵਿੱਚ ਸ਼ਿਵ ਚਰਨ ਦਾਸ ਸੁਪਰਡੈਂਟ ਹੈ ਉਸਦਾ ਉਹ ਇੱਕ ਚੱਕਰ ਲਗਾਉਣ ਆਉਂਦਾ ਹੈ, ਇੱਕ ਫੇਰਾ ਕਰਨ ਆਉਂਦਾ ਹੈ ਕਿ ਕਿਸ ਤਰ੍ਹਾਂ ਸਾਰੇ ਕੰਮ ਕਰ ਰਹੇ ਹਨ। ਤਾਂ ਸ਼ਿਵ ਚਰਨ ਦਾਸ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਹ ਆ ਰਿਹਾ ਹੈ, ਇੱਕ ਰਾਊਂਡ ਕਰਨ ਆ ਰਿਹਾ ਹੈ, ਤੇ ਸ਼ਿਵ ਚਰਨ ਦਾਸ ਵੀ ਆਪਣੀ ਕੁਰਸੀ ਤੇ ਡਰ ਕੇ ਜਰਾ ਬੈਠ ਜਾਂਦਾ ਹੈ, ਸਿਮਟ ਕੇ ਬੈਠ ਜਾਂਦਾ ਹੈ। ਜਦੋਂ ਅਧਿਕਾਰੀ ਉਸ ਕੋਲ ਆਉਂਦਾ ਹੈ ਤਾਂ ਸ਼ਿਵ ਚਰਨ ਦਾਸ ਦੀਆਂ ਲੱਤਾਂ ਕੰਬ ਰਹੀਆਂ ਹਨ, ਕਿਉਂਕਿ ਅੰਦਰੋਂ ਤਾਂ ਡਰ ਰਿਹਾ, ਕਿਉਂਕਿ ਉਸਨੂੰ ਪਤਾ ਹੈ ਅਧਿਕਾਰੀ ਉਸਨੂੰ ਕੋਈ ਜਾਣਦਾ ਨਹੀਂ ਪਰਸਨਲੀ। ਤਾਂ ਉਹ ਅਧਿਕਾਰੀ ਆ ਕੇ ਉਸਨੂੰ ਪੁੱਛਦਾ ਹੈ ਕਿ ਤੂੰ ਹਾਂ ਇੱਥੇ ਕਿਸ ਅਹੁਦੇ ਤੇ ਹੈਗਾ, ਦੱਸਦਾ ਹੈ ਕਿ ਮੈਂ ਸੁਪਰਡੈਂਟ ਹੈ। ਤਾਂ ਅਧਿਕਾਰੀ ਉਸਨੂੰ ਉਸਦੀ ਕਾਫੀ ਬੇਇੱਜ਼ਤੀ ਕਰਦਾ ਹੈ ਕਿ ਤੂੰ ਸੁਪਰਡੈਂਟ ਹੈ ਤੇ ਤੂੰ ਆਪਣੇ ਬੂਟ ਵੇਖ, ਤੇਰੇ ਉਹ ਵੀ ਟੁੱਟੇ ਹੋਏ ਹਨ, ਜਿਹੜਾ ਤੇਰਾ ਕੋਟ ਇਹ ਵੀ ਖਰਾਬ ਹੋਇਆ ਹੋਇਆ ਹੈ, ਔਰ ਤੇਰੀ ਜਿਹੜੇ ਫਾਈਲਾਂ ਦੇ ਕੰਮ ਨੇ ਉਹ ਵੀ ਪੂਰੇ ਨਹੀਂ ਹੁੰਦੇ। ਸੋ ਕਹਿੰਦਾ ਭਾਵੇਂ ਉਹ ਅਧਿਕਾਰੀ ਆ ਕੇ ਪੂਰੇ ਉਹਦੇ ਸਹਿ ਕਰਮਚਾਰੀ ਆ ਕੇ ਉਹਦੀ ਚੰਗੀ ਜਿਹੜੀ ਕਿ ਬੇਇੱਜ਼ਤੀ ਕਰਕੇ ਚਲਾ ਜਾਂਦਾ ਹੈ, ਪਰ ਸ਼ਿਵ ਚਰਨ ਦਾਸ ਨੇ ਤਾਂ ਝੂਠ ਬੋਲਿਆ ਹੁੰਦਾ। ਇਸ ਤਰ੍ਹਾਂ ਉਸਦੀ ਸਭ ਦੇ ਸਾਹਮਣੇ ਪੋਲ ਖੁੱਲ ਜਾਂਦੀ ਹੈ। ਜੋ ਸਭ ਦੇ ਸਾਹਮਣੇ ਉਸਦੀ ਪੋਲ ਹੀ ਖੁੱਲ ਜਾਂਦੀ ਤਾਂ ਉਸਨੂੰ ਆਪਣੀ ਜਿਹੜੀ ਕਿ ਬਹੁਤ ਹੀ ਬੇਇੱਜ਼ਤੀ, ਉਸਨੂੰ ਆਪਣੀ ਬਹੁਤ ਬੇਇੱਜ਼ਤੀ ਮਹਿਸੂਸ ਹੋਈ। ਉਸਨੂੰ ਆਪਣੇ ਆਪ ਨਾਲ ਇੱਕ ਉਹ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਗਲੀ ਦੇ ਕੁੱਤੇ ਵਾਂਗੂ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਜਿਸਨੂੰ ਜਿਹੜਾ ਵੀ ਆਵੇ ਦੋ ਡੰਡੇ ਮਾਰ ਕੇ ਚਲਾ ਜਾਂਦਾ, ਪਰ ਉਹ ਚਾਪਲੂਸੀ ਕਰਨ ਤੋਂ ਡਰ ਜਾਂਦਾ ਨਹੀਂ। ਦੋ ਰੋਟੀਆਂ ਵਾਸਤੇ ਕੁੱਤਾ ਵੀ ਜਿਵੇਂ ਚਾਪਲੂਸੀ ਕਰਦਾ ਨਾ, ਗਲੀ ਦਾ ਕੁੱਤਾ, ਉਸਨੂੰ ਵੀ ਲੱਗਦਾ ਕਿ ਗਲੀ ਦੇ ਕੁੱਤੇ ਵਾਂਗ ਚਾਪਲੂਸੀ ਕਰਦਾ, ਲੇਕਿਨ ਉਸਦਾ ਅਧਿਕਾਰੀ ਆ ਕੇ ਉਸਨੂੰ ਕਦੇ ਵੀ ਜਿਹੜੇ ਕਿ ਡੰਡੇ ਮਾਰ ਕੇ ਚਲਾ ਜਾਂਦਾ ਹੈ। ਸੋ ਇਹ ਸੀ ਕਹਾਣੀ ਤਿੜਕਿਆ ਹੋਇਆ ਸ਼ੀਸ਼ਾ ਸ਼ਿਵ ਚਰਨ ਦਾਸ ਦੀ। ਇਸਦਾ ਪਹਿਲਾ ਕੁਐਸਚਨ ਇਹ ਕਿ ਸ਼ਿਵ ਚਰਨ ਕਿਹੜੇ ਮੌਕਿਆਂ ਤੇ ਜਾਣ ਤੋਂ ਘਬਰਾਉਂਦਾ ਸੀ? ਧਰਨਿਆਂ ਤੇ, ਜਲਸਿਆਂ ਜਲੂਸ ਵਿੱਚ, ਭੀੜ ਵਾਲੇ ਏਰੀਆ ਵਿੱਚ ਜਾ ਕੇ ਘਬਰਾਉਂਦਾ ਸੀ। ਫਿਰ ਅਗਲਾ ਕੁਐਸਚਨ ਆ ਸਕਦਾ ਹੈ ਕਿ ਸ਼ਿਵ ਚਰਨ ਦਾਸ ਜਿਹੜੀ ਕਹਾਣੀ ਤਿੜਕਿਆ ਹੋਇਆ ਸ਼ੀਸ਼ਾ ਕਿਸ ਦੀ ਲਿਖੀ ਹੋਈ? ਮੋਹਨ ਭੰਡਾਰੀ ਦੀ ਲਿਖੀ ਹੋਈ ਹੈ। ਤੀਸਰਾ ਕੁਐਸਚਨ ਹੈ, ਨਵੇਂ ਸਾਹਿਬ ਨੇ ਸ਼ਿਵ ਚਰਨ ਦਾਸ ਨੂੰ ਦਫ਼ਤਰ ਵਿੱਚ ਆ ਕੇ ਕੀ ਕਿਹਾ ਸੀ? ਉਸਦੀ ਕਾਫੀ ਬੇਇੱਜ਼ਤੀ ਕੀਤੀ ਸੀ, ਉਸਦੀਆਂ ਫਾਈਲਾਂ ਪੂਰੀਆਂ ਨਹੀਂ ਸੀ, ਉਸਦੇ ਕੋਟ ਬਾਰੇ ਕਿਹਾ ਸੀ, ਉਸਦੇ ਬੂਟਾਂ ਬਾਰੇ ਵੀ ਕਿਹਾ ਸੀ। ਸੋ ਇਹ ਕਹਾਣੀ ਸੀ ਤਿੜਕਿਆ ਹੋਇਆ ਸ਼ੀਸ਼ਾ। ਉਮੀਦ ਕਰ ਰਹੀ ਹਾਂ ਸਮਝ ਆ ਗਈ ਹੋਏਗੀ, ਪਰ ਫਿਰ ਵੀ ਜੇ ਕੋਈ ਚੀਜ਼ ਰਹੇਗੀ ਦੁਬਾਰਾ ਮੈਨੂੰ ਦੱਸ ਦਿਓ, ਮੈਂ ਕਮੈਂਟ ਵਿੱਚ ਲਿਖ ਕੇ ਕੋਸ਼ਿਸ਼ ਕਰਾਂਗੀ, ਔਰ ਕੋਸ਼ਿਸ਼ ਵੀ ਕਰਾਂਗੀ ਕਿ ਤੁਹਾਡਾ ਸਿਲੇਬਸ ਜਿਹੜਾ ਕਿ ਜਲਦੀ ਤੋਂ ਜਲਦੀ ਪੂਰਾ ਕਰਵਾਵਾਂ। ਧੰਨਵਾਦ।